Hi, this is Priyanka Chopra and you're watching Channel Y. The biggest South Asian media group, Y Media. Y Media Group, established in 2001, is a media company with a 360-degree approach in reaching our audience over 5 platforms: television, radio, newspaper, online news portal, and mobile app. Y Media has newspaper, midweek, radio, South Asian pop. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर 1 रेडियो स्टेशन FM 91.9 All English 24/7 television network and Y Media Plus. You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. ਸਾਊਥ ਏਸ਼ੀਅਨ 360 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੀ ਤਰਫੋਂ ਹੈ ਸਵਾਗਤ ਜੀ। ਮੈਂ ਹਾਂ ਪੰਕਜ ਮੋਗਾ, ਤੁਹਾਡਾ ਹੋਸਟ, ਤੇ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਪੀਕੇ ਸਬਰਵਾਲ ਜੀ। ਪੀਕੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। Thank you very much, Ji. Good evening to all our listeners. Thank you, Moga sir. जी ਥੈਂਕ ਯੂ ਪੀਕੇ ਜੀ। ਸਭ ਤੋਂ ਵੱਡੀ ਸਾਡੀ ਇਕੋਨਮੀ ਦੀ ਨਿਊਜ਼ ਅੱਜ ਜਰੋਮ ਪਾਵਲ ਸਾਹਿਬ ਰਹੇ। ਉਹਨਾਂ ਨੇ 1:30 ਵਜੇ ਦੇ ਕਰੀਬ ਆਪਦੀ ਸਪੀਚ ਦਿੱਤੀ। ਜਰੋਮ ਪਾਵਲ ਐਕਚੁਅਲੀ US ਦੇ ਬੈਂਕ ਦੇ ਹੈਡ ਨੇ, ਜਿਵੇਂ ਸਾਡੇ ਗਵਰਨਰ ਆਫ ਕੈਨੇਡਾ ਨੇ ਟਿਫ ਮਕਲਮ ਸਾਹਿਬ, ਉਸੇ ਤਰ੍ਹਾਂ ਉਹ US ਹੈਡ ਕਰਦੇ ਨੇ ਬੈਂਕ ਨੂੰ। ਔਰ ਉਹਨਾਂ ਨੇ ਅੱਜ ਇੱਕ ਸਟੇਟਮੈਂਟ ਦੇ ਦਿੱਤੀ। ਉਸ ਤੋਂ ਬਾਅਦ ਮਾਰਕੀਟ ਛਲਾਂਗਾ ਮਾਰ ਰਹੀ ਸੀ ਸਰ, ਸਾਡੀਆਂ ਸਟਾਕ ਮਾਰਕੀਟ। ਡਾਓ ਜੋਨ ਲਗਭਗ 700 ਪੁਆਇੰਟ ਅਬਵ 730 ਦੇ ਕਰੀਬ ਜਾ ਕੇ ਬੰਦ ਹੋਇਆ। ਨੈਸਡੈਕ ਵੀ 480-90 ਦੇ ਕਰੀਬ ਸੀਗਾ। TSX ਜਿਹੜਾ ਕੈਨੇਡੀਅਨ ਹੈ 175 ਪੁਆਇੰਟ ਪਹੁੰਚ ਗਿਆ। SMP 122 ਦੇ ਕਰੀਬ ਜਾ ਕੇ ਬੰਦ ਹੋਇਆ। ਮਤਲਬ ਅੱਛੀ ਖਾਸੀ ਗਰੋਥ ਦੇਖੀ ਅਸੀਂ ਮਾਰਕੀਟ 'ਚ ਉਸ 1:30 ਵਜੇ ਤੋਂ ਬਾਅਦ। ਔਰ ਮਜ਼ੇਦਾਰ ਚੀਜ਼ ਉਹਨਾਂ ਨੇ ਇਹ ਕਹੀ ਹੈ ਸਿਰਫ ਕਿ ਉਹ ਕਹਿ ਰਹੇ ਨੇ ਕਿ ਅਸੀਂ ਹੁਣ ਜਿਹੜੇ ਦਸੰਬਰ ਤੋਂ ਜਿਹੜੇ 13-14 ਦੀ ਉਹਨਾਂ ਦੀ ਮੀਟਿੰਗ ਹੈ, 14 ਨੂੰ ਅਨਾਉਂਸਮੈਂਟ ਹੈ ਉਹਨਾਂ ਦੀ ਨੈਕਸਟ ਵੈਨਸਡੇ। ਸਾਡੀ 7 ਤਾਰੀਖ ਦੀ ਹੈ ਜਿਹੜੀ ਕਿ ਅਗਲਾ ਵੈਨਸਡੇ ਹੈ, ਉਸ ਤੋਂ ਅਗਲੇ ਵੈਨਸਡੇ 14 ਤਾਰੀਖ ਨੂੰ ਉਹ ਅਨਾਉਂਸ ਕਰਨਗੇ। ਉਹਨਾਂ ਨੇ ਸਿਰਫ ਇਹ ਲਾਈਨ ਕਹੀ ਕਿ ਅਸੀਂ ਹੁਣ ਹਾਈਕ ਜਿਹੜੇ ਕਰਾਂਗੇ ਅਗਲੇ ਆਉਣ ਵਾਲੇ ਮਹੀਨਿਆਂ 'ਚ ਛੋਟਾ ਕਰਾਂਗੇ, ਵੱਡਾ ਨਹੀਂ ਕਰਾਂਗੇ। ਮਤਲਬ ਪਹਿਲਾਂ 75 ਕਰ ਰਹੇ ਸੀਗੇ। ਉਮੀਦ ਹੈ ਕਿ ਅਬ ਕੀ ਬਾਰ ਦਸੰਬਰ 'ਚੋਂ 50 ਵਧਾਉਣਗੇ, ਉਸ ਤੋਂ ਬਾਅਦ ਫਿਰ 25 ਕਰਕੇ ਵਧਾਉਣਗੇ। ਉਹ ਇਹ ਕਹਿ ਰਹੇ ਨੇ ਕਿ ਅਸੀਂ ਇਹ ਨਹੀਂ ਕਿ ਰੋਕ ਰਹੇ ਹਾਂ, ਅਸੀਂ ਹੁਣ ਉਸ ਤੇਜ਼ੀ ਨਾਲ ਵੱਡੇ ਨਹੀਂ ਵਧਾਵਾਂਗੇ, ਛੋਟੇ ਕਰਕੇ ਵਧਾਵਾਂਗੇ। ਔਰ ਉਹ ਚੀਜ਼ ਵੀ ਮਾਰਕੀਟ ਨੇ ਲਾਈਕ ਕੀਤੀ ਕਿ ਇਹ ਵੱਡੇ ਹਾਈਕ ਨਹੀਂ ਕਰ ਰਹੇ ਨੇ, ਛੋਟੇ ਹਾਈਕ ਕਰ ਰਹੇ ਨੇ ਔਰ ਸਲੋ ਜਾਣਗੇ, ਹੁਣ ਸਲੋ ਪੇਸ ਨਾਲ ਜਾਣਗੇ ਬੇਸਿਕਲੀ। ਸੋ ਤਾਂ ਕਿ ਜਿਹੜੇ ਸ਼ੌਕ ਨੇ ਉਹ ਇਕੋਨਮੀ ਸਹਿ ਸਕੇ ਔਰ ਇਕੋਨਮੀ ਨੂੰ ਸਲੋ ਵੀ ਕੀਤਾ ਜਾ ਸਕੇ ਔਰ ਰਿਸੈਸ਼ਨ 'ਚ ਵੀ ਨਾ ਘੁਸਾਇਆ ਜਾਵੇ। ਸੋ ਲੈਟਸ ਸੀ ਹੁੰਦਾ ਕੀ ਹੈ। ਲੇਕਿਨ ਇਸ ਸਟੇਟਮੈਂਟ ਤੋਂ ਬਾਅਦ ਜਰੋਮ ਪਾਵਲ ਸਾਹਿਬ ਦੀ ਇੱਕ ਵਾਰੀ ਇਹ ਹੋ ਗਿਆ, ਪੂਰੀ ਦੁਨੀਆ US ਅਗਰ ਇਸ ਤਰ੍ਹਾਂ ਕਰ ਰਿਹਾ ਤਾਂ ਪੂਰੀ ਦੁਨੀਆ ਵਾਸਤੇ ਥੋੜਾ ਜਿਹਾ ਬੈਨੀਫਿਟ ਹੀ ਹੁੰਦਾ। ਸੋ ਕਿ ਯੈਸ ਹੁਣ ਉਹ ਜਿਹੜੀਆਂ ਸਿਚੁਏਸ਼ਨ ਸੀਗੀਆਂ ਸ਼ਾਇਦ ਧੀਰੇ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਅਗਰ ਬੈਂਕ ਆਫ US ਦਾ ਹੈਡ ਵੀ ਇਹ ਕਹਿ ਰਿਹਾ ਕਿ ਅਸੀਂ ਸਲੋ ਡਾਊਨ ਕਰ ਰਹੇ ਹਾਂ ਇੰਟਰਸਟ ਰੇਟ ਘਟਾਉਣ ਵਾਸਤੇ, ਤਾਂ ਇਸ ਦਾ ਮਤਲਬ ਉਹ ਇਕੋਨਮੀ 'ਚ ਉਹ ਸਲੋ ਡਾਊਨ ਦੇਖ ਰਹੇ ਨੇ। ਇਸ ਦਾ ਮਤਲਬ ਉਹਨਾਂ ਕੋਲ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਉਹਨਾਂ ਨੂੰ ਇਹ ਦਿਖਾ ਰਹੀਆਂ ਨੇ ਕਿ ਇਨਫਲੇਸ਼ਨ ਥੋੜੀ ਥੱਲੇ ਆਉਣੀ ਸ਼ੁਰੂ ਹੋ ਗਈ ਹੈ, ਜਾਂ ਧੀਰੇ ਉਹਨਾਂ ਕੋਲ ਹੁਣ ਕੋਈ ਜਿਹੜਾ ਕਹਿੰਦੇ ਨੇ ਚਾਰਟ ਜਿਹੜੇ ਹੁੰਦੇ ਨੇ ਉਹਨਾਂ ਦੇ ਆਉਣ ਵਾਲਾ ਜਿਹੜੀਆਂ ਪ੍ਰੈਡਿਕਸ਼ਨਸ ਨੇ, ਉਹ ਪ੍ਰੈਡਿਕਸ਼ਨ ਇਹ ਕਹਿ ਰਹੀਆਂ ਨੇ ਕਿ ਯੈਸ ਧੀਰੇ ਸਾਲ 1.5 ਸਾਲ 'ਚ ਅਸੀਂ ਇਸ ਇਨਫਲੇਸ਼ਨ ਤੇ ਕਾਬੂ ਪਾ ਲਾਂਗੇ, ਤਾਂ ਹੀ ਉਹ ਇੰਟਰਸਟ ਰੇਟ ਨੂੰ ਰੋਕਣਾ ਚਾਹ ਰਹੇ ਨੇ। ਪੀਕੇ ਜੀ, ਤੁਸੀਂ ਰੀਅਲ ਏਸਟੇਟ ਦੇ ਬਾਰੇ 'ਚ ਕੁਝ ਪੂਰਾ ਮੈਂ ਇਹ ਜਾਣਨਾ ਚਾਹਾਂਗਾ, ਕੀ ਸਨੈਪਸ਼ਾਟ ਹੈ ਇਸ ਵੇਲੇ, ਕੀ ਚੱਲ ਰਿਹਾ? देखो ਅੱਜ 30 ਤਰੀਕ ਹੋ ਗਈ ਹੈ, 30 ਨਵੰਬਰ ਦੀ ਰਿਪੋਰਟ ਤੇ ਪਹਿਲੇ ਹਫਤੇ ਦਸੰਬਰ ਤੱਕ ਆ ਜਾਏਗੀ, ਲੇਕਿਨ ਅਕਤੂਬਰ ਤੱਕ ਦੀ ਰਿਪੋਰਟ ਜਿਹੜੀ ਹੈਗੀ ਉਹ ਹੈ
ਉਹ ਮੈਂ ਦੱਸ ਸਕਣਾ ਕਿ ਅਕਤੂਬਰ ਤੋਂ ਅਕਤੂਬਰ ਯਾਨੀ ਕਿ ਅਕਤੂਬਰ 2021 ਤੋਂ ਅਕਤੂਬਰ 2022 ਜਿਹੜੀ ਸੇਲ ਹੈਗੀ ਉਹ ਈਅਰ ਓਵਰ ਈਅਰ ਓਨਟਾਰੀਓ ਦੇ ਅੰਦਰ 42.7% ਡਾਊਨ ਰਹੀ ਹੈ, ਵਿਚ ਇਜ਼ ਹਿਊਜ। ਜਿਹਦੇ ਅੰਦਰ TD ਦੀ ਰਿਪੋਰਟ ਦੇ ਅੰਦਰ ਆਇਆ ਗਿਆ ਕਿ 30% ਤਾਂ ਆਲਰੇਡੀ ਡਾਊਨ ਹੋ ਗਈ ਹੈ ਫਰਮ ਪੀਕ। ਉਹ ਵੀ ਕਹਿ ਰਹੇ ਸੀ 40% ਜਾਏਗੀ ਥੱਲੇ ਪੀਕ ਤੋਂ, ਹੈ ਤਾਂ ਮੈਂ ਈਅਰ ਓਵਰ ਈਅਰ ਕਰ ਰਿਹਾ, ਉਹ ਪੀਕ ਤੋਂ 30 ਹੋ ਗਈ ਹੈ, ਤੇ ਕਹਿੰਦੇ 10 ਦੀ ਹੋਰ ਉਮੀਦ ਹੈ, ਯਾਨੀ ਕਿ ਮਾਰਕੀਟ ਸੈਟਲ ਹੋ ਰਹੀ ਹੈ। ਨਿਊ ਲਿਸਟਿੰਗ ਜਿਹੜੀ ਹੈਗੀਆਂ ਨੇ ਈਅਰ ਓਵਰ ਈਅਰ ਅਕਤੂਬਰ 21 ਤੋਂ ਅਕਤੂਬਰ 22 ਉਹ ਮਾਈਨਸ ਰਹੀ ਹੈ 0.8%, 0.8 ਨਾਟ ਈਵਨ 1। ਔਰ ਜਿਹੜੀ ਐਵਰੇਜ ਪ੍ਰਾਈਸ ਹੈ ਫਰਮ ਅਕਤੂਬਰ 2021 ਤੋਂ ਲੈ ਕੇ ਅਕਤੂਬਰ 2022 ਈਅਰ ਓਵਰ ਈਅਰ ਪ੍ਰਾਈਸ ਡਾਊਨ ਰਿਹਾ ਮਾਈਨਸ 8.5। ਇੱਥੇ ਮੈਂ ਗੱਲ ਦੱਸਦੇ ਹਾਂ, ਪੀਕ ਤੋਂ ਪ੍ਰਾਈਸ ਬਹੁਤ ਜ਼ਿਆਦਾ ਡਾਊਨ ਰਿਹਾ ਅਰਾਊਂਡ 21%, ਐਂਡ ਪੀਕ ਵਾਜ ਇਨ ਫੈਬਰਰੀ। ਲੇਕਿਨ ਅਸੀਂ ਹੁਣ ਇਸ ਵਕਤ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਮੈਂ ਰਿਪੋਰਟ ਦੇ ਰਿਹਾ ਮੈਂ ਦੇ ਰਿਹਾ ਅਕਤੂਬਰ 21 ਤੋਂ, ਕਿਉਂਕਿ ਉਹਦੇ ਬਾਅਦ ਬਹੁਤ ਜੰਪ ਆਇਆ ਸੀਗਾ ਫਰਵਰੀ 2022 ਤੱਕ, ਤੇ ਇਸ ਕਰਕੇ ਕਨਫਿਊਜ਼ ਨਾ ਹੋ। ਮੇਰੀ ਜਿਹੜੀ ਰਿਪੋਰਟ ਆ ਰਹੀ ਹੈ ਵਾਲੀ ਇਹ ਆ ਰਹੀ ਹੈ ਈਅਰ ਓਵਰ ਈਅਰ ਫਰਮ ਅਕਤੂਬਰ 21 ਤੋਂ ਲੈ ਕੇ ਅਕਤੂਬਰ 22, ਜਿਹਦੇ ਨਾਲ ਐਵਰੇਜ ਪ੍ਰਾਈਸ ਡਾਊਨ ਰਿਹਾ 8.5%। ਜੀ ਮੋਗਾ ਸਾਹਿਬ। ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਪੀਕੇ ਜੀ, ਕਿਉਂਕਿ ਸਾਰਿਆਂ ਨੂੰ ਧਿਆਨ ਹੈ ਇਹ ਅੱਗ ਜਿਹੜੀ ਲੱਗੀ ਸੀ ਉਹ ਮੇਰੇ ਖਿਆਲ ਲਾਸਟ ਦੇ 4 ਮਹੀਨਿਆਂ 'ਚ ਹੀ ਲੱਗੀ ਸੀਗੀ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਇਹ 4 ਮਹੀਨੇ ਜਿਹੜੇ ਸੀਗੇ। ਮਤਲਬ ਇਹ ਦੇਖਿਆ ਜਾ ਰਿਹਾ ਸੀਗਾ ਜੀ ਉਹ 10% ਵੱਧ ਗਿਆ ਜੀ, ਉਹ 5% ਵੱਧ ਗਿਆ ਜੀ। ਇਹ ਸਾਰੀ ਸਟੋਰੀ ਉਦੋਂ ਅਕਤੂਬਰ ਤੋਂ ਬਾਅਦ ਹੀ ਸ਼ੁਰੂ ਹੋਈ ਹੈ, ਜਾਂ ਅਕਤੂਬਰ ਨੂੰ ਮੈਂ ਥੋੜਾ ਜਿਹਾ ਵਿੱਚ ਲੈ ਲਵਾਂ, ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਲੇਕਿਨ ਜਿਹੜੀ ਅੱਗ ਲੱਗੀ ਸੀ ਉਹ ਬੇਸਿਕਲੀ ਲਾਸਟ ਦੇ 3 ਮਹੀਨਿਆਂ 'ਚ ਜ਼ਿਆਦਾ ਸੀਗੀ, ਨਵੰਬਰ, ਦਸੰਬਰ, ਜਨਵਰੀ, ਫਰਵਰੀ, 4 ਮਹੀਨੇ। ਪੀਕੇ ਜੀ ਇੱਕ ਵੈਸੇ ਦੇਖਿਆ ਜਾਵੇ ਤਾਂ ਇਕੋਨਮੀ 'ਚ ਵੀ ਅਗਰ ਅੱਜ ਜਿਵੇਂ RBC ਦੇ ਜਿਹੜੇ CEO ਨੇ, ਡੇਵ ਮਕੇ ਉਹਨਾਂ ਦਾ ਨਾਮ ਹੈਗਾ, ਬੜੇ ਪੋਪੂਲਰ ਇਕੋਨਮਿਸਟ ਨੇ, CEO ਨੇ RBC ਦੇ, ਬਹੁਤ ਵੱਡੀ ਪੋਜੀਸ਼ਨ ਹੋਲਡ ਕਰਦੇ ਨੇ। ਉਹਨਾਂ ਨੇ ਵੀ ਅੱਜ ਇਹ ਕਹਿ ਦਿੱਤਾ ਕਿ ਯੈਸ we will be bracing a mild recession in Canada next year. So ਮਤਲਬ ਹੁਣ ਸਾਰੇ ਹੀ ਇਕੋਨਮਿਸਟ ਖੁੱਲ ਕੇ ਬਾਹਰ ਆ ਰਹੇ ਨੇ, ਇਹ ਕਹਿ ਰਹੇ ਨੇ ਕਿ ਅਸੀਂ ਰਿਸੈਸ਼ਨ ਜਾਵਾਂਗੇ, ਬਟ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਸੀਵੀਅਰ ਰਿਸੈਸ਼ਨ ਜਾਵਾਂਗੇ। ਸਾਰੇ ਹੀ ਮਾਈਲਡ ਦੀ ਗੱਲ ਕਰਦੇ ਪਏ ਨੇ। ਸੋ ਮਾਈਲਡ ਦਾ ਮਤਲਬ ਹੈ ਅਸੀਂ 2 ਕੁਆਟਰ ਅਸੀਂ ਰਿਸੈਸ਼ਨ 'ਚ ਰਹਿ ਕੇ 2023 ਦੇ ਐਂਡ ਤੱਕ ਹੋ ਸਕਦਾ ਅਸੀਂ ਵਾਪਸ ਗਰੋਥ ਦੀ ਤਰਫ ਚਲੇ ਜਾਈਏ। ਬਟ ਇਹ ਤਾਂ ਮੰਨ ਕੇ ਚੱਲੀਏ ਕਿ ਪੀਕੇ ਜੀ ਹੁਣ ਅਗਲੇ ਵੈਨਸਡੇ ਇੰਟਰਸਟ ਰੇਟ ਤਾਂ ਵੱਧਦਾ ਪਿਆ ਸਾਡਾ, ਹੁਣ ਮੇਰੇ ਖਿਆਲ ਤੋਂ ਉਹ ਤਾਂ ਕੋਈ ਰੋਕ ਨਹੀਂ ਸਕਦਾ। ਬਟ ਇਹ ਹੈ ਕਿ ਹੁਣ ਉਮੀਦ ਜ਼ਿਆਦਾ 25 ਦੀ ਹੋਈ ਪਈ ਹੈ, 50 ਤੋਂ ਵੀ 25 ਤੇ ਆ ਗਏ ਅਸੀਂ, ਕਿਉਂਕਿ 50 ਤਾਂ US ਹੀ ਵਧਾਉਣ ਲੱਗਿਆ। ਸੋ US ਅਗਰ 50 ਵਧਾਉਣ ਲੱਗਿਆ, ਅਸੀਂ ਕਾਫੀ ਪਹਿਲਾਂ ਹੀ ਵਧਾ ਚੁੱਕੇ ਹਾਂ। ਸੋ ਆਈ ਥਿੰਕ 25 ਦੀ ਉਮੀਦ ਹੈ। 50 ਹੋਇਆ ਤਾਂ ਇੱਕ ਇਹ ਹੋਏਗਾ ਕਿ ਯੈਸ ਇੱਕ ਹੋਰ ਝਟਕਾ ਦੇ ਦਿੱਤਾ ਉਹਨਾਂ ਨੇ, ਲੇਕਿਨ ਜ਼ਿਆਦਾ ਮੈਨੂੰ ਤਾਂ ਹੁਣ 25 ਲੱਗਣਾ ਸ਼ੁਰੂ ਹੋ ਗਿਆ ਜੋ ਮੇਰੇ ਹਿਸਾਬ ਨਾਲ ਹੋ ਰਿਹਾ, ਕਿਉਂਕਿ ਸਾਡੀ ਜਿਹੜੀ GDP ਦੀ ਵੀ ਰਿਪੋਰਟ ਆਈ ਹੈ 2.9% ਦੇ ਕਰੀਬ ਆਈ ਹੈ, ਜਿਹੜੀ ਲਾਸਟ ਮਹੀਨੇ ਦੀ ਆਈ ਹੈ ਕੁਆਟਰਲੀ ਅਗਰ ਦੇਖਿਆ ਜਾਵੇ ਤਾਂ, ਵਿਚ ਇਜ਼ ਰੀਅਲੀ ਹਾਈ। ਸੋ ਉਹ GDP ਦੀ ਵਜ੍ਹਾ ਨਾਲ ਇਹਨਾਂ ਨੂੰ ਹੋ ਸਕਦਾ ਕਿ ਉਹ 0.50 ਵੀ ਲੈ ਜਾਣ, ਕਿਉਂਕਿ 2.93% ਦੇ ਕਰੀਬ GDP ਗਰੋ ਕਰਨਾ, ਔਰ ਉਹ ਇਹ ਚਾਹ ਰਹੇ ਨੇ ਕਿ ਗਰੋਥ ਹੋਵੇ ਹੀ ਨਾ। ਐਕਸਪੈਕਟੇਸ਼ਨ ਵੈਸੇ 2.8 ਦੀ ਸੀ ਇਕੋਨੋਮਿਸਟ ਦੀ, ਔਰ ਬੈਂਕ ਆਫ ਕੈਨੇਡਾ ਇਹ ਚਾਹ ਰਿਹਾ ਕਿ ਅਗਲੇ ਸਾਲ 2-3 ਕੁਆਟਰ ਗਰੋਥ ਬਿਲਕੁਲ ਨਾ ਹੋਵੇ, ਅਸੀਂ 0 ਤੇ ਰਹੀਏ ਜਾਂ ਮਾਈਨਸ ਚਾਹੀਏ। ਔਰ 3% ਵੇਖ ਕੇ ਉਹ ਥੋੜੇ ਜਿਹਾ ਘਬਰਾ ਜਾਣਗੇ, ਮੇਰੇ ਖਿਆਲ ਹੋਰ ਵਧਾਉਣ ਦੀ ਕੋਸ਼ਿਸ਼ ਕਰਨਗੇ। 50 ਵੀ ਜਾ ਸਕਦੇ ਨੇ, ਬਟ ਉਮੀਦ 25 ਦੀ ਹੈ। ਪੀਕੇ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਸੀਗਾ, ਅਗਰ ਤੁਸੀਂ ਐਕਸਪਲੇਨ ਕਰ ਸਕੋ ਇਹ ਚੀਜ਼ ਪੂਰੀ। ਮੈਂ ਇਹ ਜਾਣਨਾ ਚਾਹ ਰਿਹਾ ਕਿ ਬਿੱਲ 23 ਦੀ ਗੱਲ ਕਰ ਰਿਹਾ ਮੈਂ, ਬਿੱਲ 23 ਆ ਤਾਂ ਗਿਆ, ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਹੈ ਕੀ ਇਹਦੇ। ਸੋ ਕੀ ਪ੍ਰੋਮਿਸ ਕੀ ਕੀਤਾ ਹੈ ਗਵਰਨਮੈਂਟ ਨੇ ਇਸ ਬਿੱਲ 23 ਚ, ਤੁਸੀਂ ਪੂਰੀ ਤਰ੍ਹਾਂ ਐਕਸਪਲੇਨ ਕਰੋਗੇ ਇਸ ਬਿੱਲ ਨੂੰ? ਹਾਂਜੀ। ਬਿੱਲ 23 ਜਿਹੜਾ ਹੈਗਾ, ਜਿਹਦਾ ਨਾਂ ਹੈਗਾ ਮੋਰ ਹੋਮਸ ਬਿਲਟ ਫਾਸਟਰ ਐਕਟ, ਮੋਰ ਹੋਮਸ ਬਿਲਟ ਫਾਸਟਰ ਐਕਟ। ਇਹ ਜਿਹੜਾ ਤੁਹਾਨੂੰ ਯਾਦ ਹੋਏਗਾ, ਅਸੀਂ ਇਸੀ ਸਟੇਸ਼ਨ ਦੇ ਇਸੀ TV ਚੈਨਲ ਦੇ ਉੱਤੇ ਅਸੀਂ 1.5 ਮਹੀਨਾ ਪਹਿਲਾਂ ਕਿਹਾ ਸੀਗਾ ਕਿ ਉਹਨਾਂ ਨੇ ਬਿੱਲ ਨੂੰ ਪੇਸ਼ ਕਰਨ ਵਾਸਤੇ ਡੇਟ ਰੱਖਣੀ ਹੈਗੀ। ਉਹਨਾਂ ਨੇ ਸਾਰੇ ਡਗਫੋਰਡ ਸਾਹਿਬ ਤਿਆਰ ਹੋ ਗਏ ਨੇ ਇਸ ਬਿੱਲ ਵਾਸਤੇ, ਤੁਹਾਨੂੰ ਯਾਦ ਹੋਏਗਾ ਅਸੀਂ ਗੱਲ ਕੀਤੀ ਸੀਗੀ। ਔਰ ਉਸ ਵਕਤ ਅਸੀਂ ਇਹ ਵੀ ਡਿਸਕਸ ਕੀਤਾ ਸੀਗਾ ਕਿ ORIA ਨੇ ਰਿਕਮੈਂਡੇਸ਼ਨ ਦਿੱਤੀਆਂ ਸੀ 7, ਜਿਹਦੇ ਅੰਦਰੋਂ 5 ਮੰਨ ਲਈਆਂ ਗਈਆਂ ਨੇ, ਮਤਲਬ ਮੰਨ ਕੀ ਲਿਆ ਗਈਆਂ, ਮਤਲਬ ਇਹ ਬਿੱਲ ਦੇ ਅੰਦਰ ਆ ਗਈਆਂ ਨੇ।
ਔਰ ਇਹ 7 ਪੁਆਇੰਟਸ ਨੇ ਜਿਹਦੇ ਅੰਦਰ 5 ਓਰੀਆ ਦੇ ਵੀ ਪੁਆਇੰਟ ਨੇ। ਇਹ ਬਿੱਲ ਕੀ ਹੈਗਾ? ਉਹ ਕਹਿੰਦੇ ਨੇ ਕਿ ਅਸੀਂ ਘਰਾਂ ਨੂੰ ਵਧਾਉਣਾ ਹੈ, ਇਨਵੈਂਟਰੀ ਘਰਾਂ ਦੀ ਵਧਾਉਣੀ ਹੈ। ਉਹਦੇ ਵਾਸਤੇ ਅਸੀਂ ਕੀ ਸਟੈਪ ਲੈ ਰਹੇ ਹਾਂ ਔਰ ਕੀ ਕਰਨਾ ਹੈ, ਉਹ ਇਹਨਾਂ ਨੇ ਇਸ ਬਿੱਲ ਦੇ ਅੰਦਰ ਇਹਨੂੰ ਕਲੀਅਰ ਕਰਤਾ ਹੈਗਾ। ਸਭ ਤੋਂ ਪਹਿਲੇ ਉਹ ਕਹਿ ਰਹੇ ਨੇ ਅਸੀਂ 1.5 ਮਿਲੀਅਨ ਘਰ ਓਨਟਾਰੀਓ ਦੇ ਅੰਦਰ 10 ਸਾਲ ਦੇ ਅੰਦਰ ਬਣਾਉਣੇ ਨੇ ਨੋ ਮੈਟਰ ਵਾਟ ਅਸੀਂ ਬਣਾਉਣੇ ਨੇ। ਚਾਹੇ ਉਹਦੇ ਵਾਸਤੇ ਸਾਨੂੰ ਗ੍ਰੀਨ ਬੈਲਟ ਘੱਟ ਕਰਨੀਆਂ ਪੈ ਜਾਣ, ਚਾਹੇ ਮੈਂ ਤੁਹਾਨੂੰ ਚਲੋ ਵਿਚਕਾਰੋਂ ਮੈਂ ਨਹੀਂ ਬੋਲਾਂਗਾ, ਮੈਂ ਤੁਹਾਨੂੰ ਪੁਆਇੰਟ ਵਾਈਜ਼ ਦੱਸ ਦਿੰਦਾ। ਉਹ ਕਹਿ ਰਹੇ ਜੀ ਐਡੀਸ਼ਨਲ ਰੈਜ਼ੀਡੈਂਸ਼ੀਅਲ ਯੂਨਿਟਸ ਐਗਜ਼ਿਸਟਿੰਗ ਰੈਜ਼ੀਡੈਂਸ਼ੀਅਲ ਯੂਨਿਟ ਦੇ ਅੰਦਰ ਅਸੀਂ ਅਲਾਉ ਕਰ ਦਿਆਂਗੇ। ਹੁਣ ਕੀ ਹੁੰਦਾ ਸੀਗਾ, ਕਿਸੇ ਦਾ 1 ਏਕੜ ਦਾ ਘਰ ਹੈ, ਉਹ ਅਪਲਾਈ ਕਰਦਾ ਸੀ ਜੇ ਮੈਂ ਇੱਕ ਹੋਰ ਬਣਾ ਲਾਂ ਨੂੰ ਮਨਾ ਕਰ ਦਿੰਦੇ ਸੀਗੇ। ਹੁਣ ਉਹ ਕਹਿੰਦੇ ਨੇ ਜੀ ਅਸੀਂ ਅਲਾਉ ਕਰ ਦਿਆਂਗੇ, ਬਲਕਿ ਸਕੁਅਰ ਫੀਟ ਦੇਖਦੇ ਹੋਏ ਅਸੀਂ ਇੱਕ ਦੀ ਜਗ੍ਹਾ 4 ਹੀ ਅਲਾਉ ਕਰ ਦਿਆਂਗੇ, 6 ਵੀ ਅਲਾਉ ਕਰ ਦਿਆਂਗੇ, ਮਲਟੀ ਸਟੋਰੀ ਬਿਲਡਿੰਗ ਵੀ ਅਲਾਉ ਕਰ ਦਿਆਂਗੇ, 5 ਫਲੋਰ ਤੱਕ ਦਾ ਅਸੀਂ ਲੋਅਰ ਹਾਈ ਰਾਈਜ਼ ਵੀ ਅਲਾਉ ਕਰ ਦਿਆਂਗੇ ਡਿਪੈਂਡਿੰਗ ਔਨ ਹਾਊ ਬਿਗ ਦਾ ਲੈਂਡ ਇਜ਼। ਉਹ ਗੱਲ ਖਤਮ ਹੋ ਗਈ। ਹੁਣ ਵਾਰੇ ਨਿਆਰੇ ਹੋ ਗਏ, ਜਿਨ੍ਹਾਂ ਕੋਲ ਵੱਡੀ ਜ਼ਮੀਨਾਂ ਨੇ ਉਹਨਾਂ ਦੀ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਦੱਸਦੇ ਹਾਂ ਇਹ ਗ੍ਰੀਨ ਬੈਲਟ ਦੇ ਉੱਤੇ, ਚਲੋ ਉਹ ਮੈਂ ਬਾਅਦ ਵਿੱਚ ਦੱਸਾਂਗਾ ਜਿਹੜੀ ਟੰਗ ਖਿੱਚੀ ਹੈ ਲੋਕਾਂ ਨੇ। ਇੱਕ ਤਾਂ ਇਹ ਗੱਲ ਹੋ ਗਈ, ਉਹ ਕਹਿ ਰਹੇ ਜੀ ਅਸੀਂ ਇਹ ਜ਼ੋਨਿੰਗ ਨਵੀਂ ਲੈ ਕੇ ਆ ਰਹੇ ਹਾਂ, ਪੁਰਾਣੀ ਨੂੰ ਓਵਰਰਾਈਡ ਕਰ ਰਹੇ ਹਾਂ, ਹਾਈ ਡੈਂਸਿਟੀ ਅਸੀਂ ਅਲਾਉ ਕਰ ਰਹੇ ਹਾਂ। ਹਾਈ ਡੈਂਸਿਟੀ ਬਈ ਇਹ ਏਰੀਆ ਹੈਗਾ ਜੀ ਜਿਹਦੇ ਅੰਦਰ ਆਰ ਜ਼ੋਨਿੰਗ ਦੇ ਅੰਦਰ ਅਸੀਂ ਡਿਟੈਚ ਘਰ ਹੀ ਬਣਾ ਸਕਦੇ ਹਾਂ, ਨਹੀਂ ਜੀ, ਅਸੀਂ ਉੱਥੇ ਸਮੀ ਵੀ ਅਲਾਉ ਕਰਾਂਗੇ, ਟਾਊਨ ਹੋਮ ਵੀ ਅਲਾਉ ਕਰਾਂਗੇ, ਜ਼ਰੂਰਤ ਪਈ ਤੇ ਅਸੀਂ ਅਪਾਰਟਮੈਂਟ ਬਿਲਡਿੰਗ ਵੀ ਅਲਾਉ ਕਰਾਂਗੇ। ਇਹ ਦੂਜੀ ਗੱਲ ਹੋ ਗਈ ਜੀ। ਇਹ ਜਿਹੜਾ ਇਨਫਲੂਐਂਸਿੰਗ ਹੈ ਨਿੰਬੀ ਦਾ, ਜਿਸ ਤਰ੍ਹਾਂ ਕਹਿੰਦੇ ਸੀਗੇ ਵੀ ਮੇਰੇ ਘਰ ਦੇ ਕੋਈ ਜ਼ਮੀਨ ਬਣੀ ਡਿਵੈਲਪ ਹੋ ਰਹੀ ਤਾਂ ਮੈਂ ਅਪੀਲ ਕਰ ਦਿੰਦਾ ਸੀਗਾ, ਫਿਰ ਉਹ ਤੁਹਾਨੂੰ ਲੈਟਰ ਆਉਂਦੇ ਸੀ ਸਾਨੂੰ ਕਿ ਆਓ ਜੀ ਉੱਥੇ ਮੀਟਿੰਗ ਹੋ ਰਹੀ ਹੈ ਜੀ ਤੁਹਾਡੇ ਸਿਟੀ ਹਾਲ ਦੇ ਅੰਦਰ, ਤੁਸੀਂ ਵੋਟਿੰਗ ਕਰੋ ਜੀ। ਉਹ ਚੀਜ਼ ਖਤਮ। ਕਹਿੰਦੇ ਨਹੀਂ, रूल सारे में से एक हो जाएगा, गल खत्म, कोई अपील शील थर्ड पार्टी अपील का कोई पंगा खत्म। उसके बाद रेंट टू ओन वास्ते वो कुछ कदम कुछ रूल्स लेके आ रहे हैं कि ਅਸੀਂ ਰੈਂਟ ਟੂ ਓਨ ਵਾਸਤੇ ਉਹਨੂੰ ਕਿੰਨਾ ਅਸੀਂ ਈਜ਼ੀ ਕਰ ਸਕਦੇ ਹਾਂ। ਇਹ ਓਰੀਆ ਦੀ ਰਿਕਮੈਂਡੇਸ਼ਨ ਸੀਗੀ, ਔਰ ਨਿੰਬੀ ਵੀ ਓਰੀਆ ਦੀ ਰਿਕਮੈਂਡੇਸ਼ਨ ਸੀਗੀ, ਹਾਈ ਡੈਂਸਿਟੀ ਵੀ ਓਰੀਆ ਦੀ ਰਿਕਮੈਂਡੇਸ਼ਨ ਸੀਗੀ। ਇੱਕ ਓਰੀਆ ਦੀ ਰਿਕਮੈਂਡੇਸ਼ਨ ਹੋਰ ਸੀਗੀ ਕਿ 4 ਸਰਪਲਸ ਗਵਰਨਮੈਂਟ ਓਨ ਪ੍ਰਾਪਰਟੀ ਨੂੰ ਅਵੇਲੇਬਲ ਕਰਤਾ ਜਾਏ ਐਜ਼ ਏ ਪਾਇਲਟ ਪ੍ਰੋਜੈਕਟ ਫॉर ਅਫੋਰਡੇਬਲ ਹੋਮ। ਇਹ ਬੜਾ ਇੰਪੋਰਟੈਂਟ ਹੈਗਾ। ਉਹ ਤੁਹਾਨੂੰ ਮੈਂ ਦੱਸ ਦਿੱਤਾ ਕਿ ਰਿਵਿਊ ਕੀਤਾ ਜਾਏਗਾ ਗਵਰਨਮੈਂਟ ਦੇ ਓਨਟਾਰੀਓ ਗਰੋਥ ਪਲਾਨ ਜਿਹਦੇ ਅੰਦਰ 1.5 ਮਿਲੀਅਨ ਘਰ ਬਣਨਗੇ। ਇੱਕ ਬੜਾ ਇੰਪੋਰਟੈਂਟ ਉਹਨਾਂ ਨੇ ਕਿਹਾ ਕਿ ਟੀਅਰਡ ਸਿਸਟਮ ਦੇ ਅੰਦਰ ਡਿਵੈਲਪਮੈਂਟ ਚਾਰजेस ਅਸੀਂ ਨਿਲ ਤੱਕ ਕਰ ਦਿਆਂਗੇ ਫॉर ਅਫੋਰਡੇਬਲ ਹੋਮ। प्राइजेज उत्ते घट 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 करते करते एक एवरेज लैवल आएगा जो डेवलपमेंट चार्ज 0 हो जाएगा। सर ये अंदर ऑब्जेक्शन भी बड़ा किया, बहुत ऑब्जेक्शन होया कई लोगों ने। जिस तरह सब तो पहले एनवायरनमेंट कनाडा इन्होंने ऑब्जेक्शन करता कि जी एनवायरनमेंट का की होएगा, सेफ गार्ड का की होएगा। लोगों का मनना है लोग जिंदे ही नहीं रहने तो सेफ गार्ड खा करना है। एनवायरनमेंट तो चाह चट्टांगे ना जब लोगों की घर गृहस्थी चल रही है, लोगों को रहने वास्ते घर नहीं है और तुम एनवायरनमेंट की गल कर रहे हो। और वो कहना सारा ग्रीन बेल्ट कवर कर रहे हैं, वो कुछ पोर्शन लै रहे हैं अंदर। दूजा जो इस अंदर जी बड़ी इंपॉर्टेंट गल आ रही है वो आ रही है कि वो NDP की जी अपोजिशन लीडर हैगी मैरिट, उन्हें क्या है कि इन्वेस्टिगेट किया जाए ऑडिटर जनरल को। ਉਹ ਕਹਿੰਦੀ ਹੈ ਕਿ 2 ਦਿਨ ਪਹਿਲੇ ਬਿੱਲ ਪਾਸ ਹੋਇਆ 28 ਨਵੰਬਰ ਨੂੰ, ਔਰ ਮਹੀਨਾ ਪਹਿਲੇ ਬਿਲਡਰਾਂ ਨੇ ਇਹ ਗ੍ਰੀਨ ਬੈਲਟ ਖਰੀਦਣੀ ਸ਼ੁਰੂ ਕਰਤੀ। ਕਹਿੰਦੀ ਸਮਥਿੰਗ ਇਜ਼ ਰੋਂਗ, ਆਈ ਸਮੈਲ ਫਿਸ਼ੀ। ਕਹਿੰਦੀ ਹੈ ਉਹਦੀ ਲਾਈਨ ਹੈ ਬੜੀ ਜ਼ਬਰਦਸਤ। ਉਹ ਇਹ ਕਹਿ ਰਹੀ ਹੈਗੀ ਕਿ somebody, I think there is a whole lot of smoke, somebody better be looking for the fire। ਲੱਭੋ ਅੱਗ ਕਿੱਥੇ ਲੱਗੀ ਹੈ, ਇਹ ਧੂਆਂ ਕਿਉਂ ਨਿਕਲ ਰਿਹਾ ਹੈ, ਇਹ ਕਿਸ ਤਰ੍ਹਾਂ ਜ਼ਮੀਨਾਂ ਪਹਿਲੇ ਖਰੀਦਣੀਆਂ ਸ਼ੁਰੂ ਹੋ ਗਈਆਂ। ਬੜਾ ਇੰਪੋਰਟੈਂਟ ਕੁਐਸਚਨ ਹੈ ਇਸ ਕੁੜੀ ਦਾ। ਲੇਕਿਨ ਇੱਕ ਗੱਲ ਮੈਂ ਇੱਥੇ ਹੋਰ ਵੀ ਕਰਨਾ ਚਾਹਾਂਗਾ ਕਿ ਇਹ ਜਿਹੜਾ ਹੈਗਾ ਰੈਪਟਿਪਿਜ਼ਮ ਔਰ 1.5 ਸਾਲ ਦੇ ਅੰਦਰ ਪਰਮਿਟ ਜਾ ਰਹੇ ਨੇ, ਉਹ ਸਾਰਾ ਖਤਮ ਹੋ ਰਿਹਾ, ਉਹਨਾਂ 'ਤੇ ਪੈਨਲਟੀਆਂ ਪੈ ਰਹੀਆਂ ਨੇ, ਜਿਸ ਕਰਕੇ ਕੁਝ ਮਿਊਨਿਸਪੈਲਿਟੀਜ਼ ऑब्जेक्शन पा रही हैं। क्यों ऑब्जेक्शन पा रही हैं भाई? ਤੁਸੀਂ 1 ਵਿੰਡੋ ਸਰਵਿਸ ਕਰੋ ਔਰ 1 ਮਹੀਨੇ ਦਾ ਜਿਸ ਤਰ੍ਹਾਂ ਪਹਿਲੇ ਪਾਸ ਕਰਦੇ ਸੀ ਹੁਣ ਵੀ ਕਰੋ। 1.5 ਸਾਲ ਕਿਸ ਗੱਲ ਦਾ? ਤੁਹਾਡੀ ਮੇਨ ਜਿਹੜੀ ਪ੍ਰੋਬਲਮ ਸੀਗੀ
ਉਹ ਸੀਗੀ ਕੰਜ਼ਰਵੇਸ਼ਨ ਲੈਂਡ ਦੀ, ਕੰਜ਼ਰਵੇਸ਼ਨ ਗਰੁੱਪ ਦੀ ਸੀਗੀ, এনवायरमेंट ਕੈਨੇਡਾ ਦੀ ਸੀਗੀ। ਉਹਨਾਂ ਨੇ ਪਰ ਕੱਟ ਰਹੇ ਨੇ, ਫਿਰ ਤੁਹਾਨੂੰ ਪ੍ਰੋਬਲਮ ਕਿਸ ਗੱਲ ਦੀ ਆ ਰਹੀ ਹੈ? ਇਹ ਥੋੜਾ ਸੀਗਾ ਜਿਹੜਾ ਕਿ ਮੈਂ ਡਿਟੇਲ ਵਿੱਚ ਡਿਸਕਸ ਕਰਨਾ ਚਾਹੁੰਦਾ ਸੀਗਾ ਜੀ। ਵੈਸੇ ਪੀਕੇ ਜੀ ਆਪਾਂ ਕਈ ਵਾਰੀ ਇੱਥੇ ਬਹਿ ਕੇ ਗੱਲ ਕੀਤੀ ਹੈ ਕਿ ਮਿਊਨਿਸਪੈਲਿਟੀਜ਼ ਬੜਾ ਹੀ ਬਹੁਤ ਵੱਡਾ ਹੱਥ ਹੈ ਇਹਦੇ 'ਚ ਜ਼ਮੀਨਾਂ ਅਲਾਟ ਕਰਨ 'ਚ ਤੇ ਕਿਵੇਂ ਕਰਨ। ਤੁਸੀਂ ਹਮੇਸ਼ਾ ਐਕਸਪਲੇਨ ਕਰਦੇ ਰਹਿੰਦੇ ਸੀ ਸਾਲ ਡੇਢ ਸਾਲ ਲੱਗ ਜਾਂਦਾ ਹੈ। ਡਿਵੈਲਪਮੈਂਟ ਚਾਰजेस ਮਿਊਨਿਸਪੈਲਿਟੀਜ਼ ਇੰਨੀਆਂ ਲਗਾ ਰੱਖੀਆਂ ਨੇ ਕਿ ਉਹ ਵੱਧਦਾ ਹੀ ਜਾ ਰਿਹਾ ਔਰ ਉਸੇ ਨਾਲ ਉਹ ਕਮਾ ਰਹੇ ਨੇ। ਮੇਰੇ ਖਿਆਲ 'ਚ कुछ जगह ਤੇ ਗਲਤ ਵੀ ਆ ਜਾਏਗਾ ਥੋੜਾ ਜਿਹਾ, ਕਿਉਂਕਿ ਅਗਰ ਮਿਊਨਿਸਪੈਲਿਟੀਜ਼ ਡਿਵੈਲਪਮੈਂਟ ਚਾਰजेस ਤੋਂ ਨਹੀਂ ਕਮਾਣਗੀਆਂ, ਤੁਹਾਡੇ ਪ੍ਰਾਪਰਟੀ ਟੈਕਸ ਤੋਂ ਲੈਣਗੀਆਂ, ਉਹਨਾਂ ਨੇ ਤਾਂ ਪੈਸਾ ਤੁਹਾਡੇ ਤੋਂ ਹੀ ਖਿੱਚਣਾ ਹੈ, ਕਿੱਥੋਂ ਮਰਜ਼ੀ ਖਿੱਚਣ। ਬਟ ਯਾ एक मिनट ਤੁਹਾਡਾ ਪੁਆਇੰਟ ਬੜਾ ਸੋਲਿਡ ਹੈ, ਇੱਕ ਮਿੰਟ ਬੜਾ ਸੋਲਿਡ ਪੁਆਇੰਟ ਹੈ। ਐਗਜ਼ੈਕਟਲੀ ਆਹੀ ਗੱਲ ਕਹੀਏ ਕਿ ਅਗਰ ਡਿਵੈਲਪਮੈਂਟ ਚਾਰजेस ਕੱਟ ਕਰਾਂਗੇ ਤੇ ਪ੍ਰਾਪਰਟੀ ਟੈਕਸ ਦਾ ਦੇਣਗੇ, ਉਹਨਾਂ ਨੇ ਦੂਜੇ ਪਾਸੇ ਲੈ ਲੈਣੇਗਾ। ਐਗਜ਼ੈਕਟਲੀ ਆਹੀ ਗੱਲ ਕਹੀਏ ਇਹਨੇ ਵੀ, ਮੈਰਿਟ ਨੇ ਵੀ। ਬਿਲਕੁਲ ਠੀਕ ਕਹਿ ਰਹੇ ਤੁਸੀਂ। ਹਾਂ ਜੀ, ਬਿਲਕੁਲ ਐਵੇਂ ਹੋਏਗਾ ਜੀ, ਕਿਉਂਕਿ ਸਿਟੀ ਨੇ ਕਿਤੋਂ ਤਾਂ ਪੈਸਾ ਕਮਾਣਾ ਹੈ। ਅਗਰ ਸਿਟੀ ਪੈਸਾ ਡਿਵੈਲਪਮੈਂਟ ਚਾਰजेस ਤੋਂ ਨਹੀਂ ਕਮਾ ਪਾਏਗੀ ਤਾਂ ਉਹ ਦੂਜੇ ਪਾਸੇ ਕਮਾ ਲੇਗੀ, ਪ੍ਰੋਪਰਟੀ ਟੈਕਸ ਵਧਾ ਲੇਗੀ ਜਾਂ ਹੋਰ ਕਿਸੇ ਤਰ੍ਹਾਂ ਦੇ ਟੈਕਸਿਸ ਲੈ ਕੇ ਆਏਗੀ ਜਾਂ ਕੁਝ ਲੈ ਕੇ ਆਏਗੀ, ਕਿਉਂਕਿ ਖਰਚਾ ਤਾਂ ਚਲਾਣਾ ਹੀ ਉਹਨੇ। ਬਟ ਇੱਕ ਮੇਜਰ ਚੀਜ਼ ਸੀ ਜਿਹੜੀਆਂ ਮੇਰੇ ਖਿਆਲ ਸਿਟੀਜ਼ ਗਲਤ ਕਰ ਰਹੀਆਂ ਸੀਗੀਆਂ, ਉਹ ਗਲਤ ਇਹ ਕਰ ਰਹੀਆਂ ਸੀ, ਡਿਵੈਲਪਮੈਂਟ ਚਾਰजेस ਲੈਣ ਤੋਂ ਬਾਅਦ ਵੀ ਉਹ ਸਾਲ ਡੇਢ ਸਾਲ ਲੱਗ ਜਾਂਦਾ ਸੀਗਾ ਸਰ। ਉਹ ਚੀਜ਼ ਬੜੀ, ਜਿਵੇਂ ਤੁਸੀਂ ਕਹਿ ਰਹੇ ਹੋ, ਮਹੀਨੇ 'ਚ ਕਿਉਂ ਨਹੀਂ ਪਾਸ ਹੁੰਦੇ ਸੀਗੇ ਪਹਿਲਾਂ, ਫਟਾਫਟ ਅਫੋਰਡੇਬਲ। ਇਹ ਜਿਹੜੀ ਸਕੇਰਸਿਟੀ ਖੜੀ ਕੀਤੀ ਗਈ ਹੈ, ਜਿਹੜੀ ਹਾਊਸਿੰਗ ਮਿਲ ਹੀ ਨਹੀਂ ਰਹੀ ਹੈ, ਹਾਊਸਿਸ ਬਣ ਹੀ ਨਹੀਂ ਪਾ ਰਹੇ ਨੇ, ਲੌਬੀਜ਼ ਚੱਲ ਰਹੀਆਂ ਨੇ, ਇਹ ਕੀਤਾ ਹੀ ਸਿਟੀਜ਼ ਨੇ ਸਰ। ਅਗਰ ਤੁਸੀਂ ਅਸੀਂ ਕੀ ਸੋਚਦੇ ਹਾਂ, ਇਹ ਪ੍ਰੋਵਿੰਸ਼ੀਅਲ ਦੀ ਗਲਤੀ ਹੈ, ਇਹ ਫੈਡਰਲ ਦੀ ਗਲਤੀ ਹੈ। ਨਹੀਂ ਸਰ, ਇਹ ਗਰਾਊਂਡ ਲੈਵਲ ਦੀ ਗਲਤੀ ਹੈ। ਇਹ ਲੋਕ ਸੀਗੇ ਜਿਨ੍ਹਾਂ ਨੇ ਜ਼ਮੀਨਾਂ ਦੇਣੀਆਂ ਸੀਗੀਆਂ, ਇਹ ਲੋਕ ਸੀਗੇ ਸਿਟੀ ਸੀਗੀਆਂ ਜਿਨ੍ਹਾਂ ਨੇ ਅਲਾਟ ਕਰਨੇ ਸੀਗੀਆਂ ਜ਼ਮੀਨਾਂ। ਡਿਵੈਲਪਮੈਂਟ ਚਾਰजेस ਅਪਰੂਵਲ ਜਿਹੜੇ ਨੇ ਇਹ ਇਹਨਾਂ ਨੇ ਦੇਣੇ ਸੀਗੇ। ਹੁਣ ਪ੍ਰੋਵਿੰਸ਼ੀਅਲ ਨੇ ਹੱਥ 'ਚ ਲੈ ਕੇ ਆਪਦੇ ਇਹਨਾਂ ਦੇ ਹੱਥ ਐਵੇਂ ਬੰਨ ਕੇ ਖੜਾ ਕਰ ਦਿੱਤਾ ਇਹਨਾਂ ਨੂੰ, ਖੜੇ ਹੋ ਹੱਥ ਜੋੜ ਕੇ, ਹੁਣ ਤੁਸੀਂ ਹੁਣ ਕਰੋ, ਕਰਨਾ ਕੀ ਹੈ। ਬਟ ਇਹ ਹੈ ਕਿ ਠੀਕ ਹੈ, ਪੈਸਾ ਕਮਾਉਣ ਦੀ ਗੱਲ ਹੈ, ਉਹ ਪੈਸਾ ਤਾਂ ਸਿਟੀ ਕਿਤੋਂ ਮਰਜ਼ੀ ਹੋਰ ਕਮਾਵੇਗੀ। ਹੁਣ ਇਹ ਹੋਵੇਗਾ ਜਿਨ੍ਹਾਂ ਵਿਚਾਰੇ ਨੇ ਮਕਾਨ ਨਹੀਂ ਵੀ ਖਰੀਦਣਾ, ਜਿਨ੍ਹਾਂ ਨੇ ਮਕਾਨ ਪੁਰਾਣੇ ਖਰੀਦੇ ਹੋਏ ਨੇ, ਬੈਠੇ ਨੇ, ਉਹਨੂੰ ਕੋਈ ਇਨਵੈਸਟਮੈਂਟ ਨਹੀਂ ਕਰਨਾ ਚਾਹ ਰਹੇ, ਉਹਨਾਂ ਤੇ ਪ੍ਰਾਪਰਟੀ ਟੈਕਸ ਵਧੇਗਾ। ਉਹ ਹੁਣ ਸਾਰੇ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਨੇ ਬੜਾ ਕਲੀਅਰਲੀ ਕਿਹਾ ਕਿ ਇਲੈਕਸ਼ਨ ਦੇ ਵਕਤ ਸਾਰੇ ਮੇਅਰਸ ਤੇ ਬਾਕੀ ਕਾਉਂਸਲਰਸ ਜਾ ਕੇ ਡੋਰ ਨੌਕ ਕਰਕੇ ਕਹਿੰਦੇ ਸੀਗੇ ਅਸੀਂ ਹਾਊਸਿੰਗ ਦੇ ਪ੍ਰੋਬਲਮ ਸੋਲਵ ਕਰਾਂਗੇ। ਤਾਂ ਨਾਓ ਵਾਈ ਦੇ ਆਰ ਅਗੇਂਸਟ ਇਟ ਨਾਓ, ਜਦੋਂ ਅਸੀਂ ਇਹ ਬਿੱਲ ਲੈ ਕੇ ਆਏ ਤੇ ਇਲੈਕਸ਼ਨ ਦੇ ਵਕਤ ਤੁਸੀਂ ਸਾਰੇ ਪ੍ਰੋਮਿਸਿਸ ਕਰਕੇ ਆਏ ਸੀਗੇ। ਉਹਨੇ ਬੜਾ ਕਲੀਅਰਲੀ ਕਿਹਾ, ਬਹੁਤ ਕਲੀਅਰਲੀ ਕਿਹਾ, ਉਹਨੇ ਇਹ ਗੱਲ ਕਹੀ ਕਿ ਤੁਸੀਂ ਇਲੈਕਸ਼ਨ ਦੇ ਵਕਤ ਜਾ ਕੇ ਤੁਸੀਂ ਇਹ ਗੱਲਾਂ ਕਹਿਤੀਆਂ ਤੇ ਸਾਰੇ ਮੇਅਰਸ ਵਗੈਰਾ ਦੇ ਸਾਹਮਣੇ, ਤੇ ਨਾਓ ਵਾਈ ਯੂ ਆਰ ਹੈਜ਼ਿਟੇਟਿੰਗ। ਚੰਗੀ ਗੱਲ ਹੈ ਉਹਦੀ ਵੈਸੇ ਤੇ ਵਾਲੀ। ਨਹੀਂ, ਬਿਲਕੁਲ ਸਹੀ ਕੀਤਾ ਜੀ, ਕਿਉਂਕਿ ਅਗਰ ਸਾਨੂੰ ਮਿਲੀਅਨਸ ਆਫ ਹਾਊਸਿਸ ਚਾਹੀਦੇ ਨੇ, ਅਸੀਂ 1.5 ਮਿਲੀਅਨ ਲੋਕ ਲੈ ਕੇ ਆ ਰਹੇ ਹਾਂ ਅਗਲੇ 3 ਸਾਲ ਦੇ ਅੰਦਰ ਔਰ ਇੰਨੇ ਘਰ ਬਣਾਣੇ ਨੇ, ਅਗਰ ਇਸ ਸਪੀਡ ਤੇ ਚੱਲਦੇ ਰਹੇ ਤਾਂ ਬਣ ਹੀ ਨਹੀਂ ਸਕਦੇ ਪੀਕੇ ਜੀ। ਫਿਰ ਉਹੀ ਇਸ ਹਾਊਸਿੰਗ ਮਾਰਕੀਟ ਫਿਰ ਅੱਗ ਲੱਗੇਗੀ, ਕਿਉਂਕਿ ਘਰ ਨਹੀਂ ਹੈਗੇ, ਘਰ ਦੇ ਰੇਟ ਵੱਧਦੇ ਚਲੇ ਜਾਣਗੇ, ਅੱਗ ਲੱਗਦੀ ਚਲੀ ਜਾਵੇਗੀ। ਫਿਰ ਅਸੀਂ ਇਹ ਸੋਚਾਂਗੇ ਸਾਡੇ ਬੱਚੇ ਕਿਵੇਂ ਖਰੀਦਣਗੇ, ਸਾਡਾ ਇਹ ਕਿਵੇਂ ਹੋਵੇਗਾ, ਕਿਰਾਇਆ ਕੌਣ ਦੇਵੇਗਾ, ਮੋਰਗੇਜ ਕਿਵੇਂ ਭਰੀ ਜਾਏਗੀ। ਇਹ ਸਾਰੇ ਸੋਲੂਸ਼ਨ, ਇਹਨਾਂ ਸਾਰਿਆਂ ਦਾ ਸੋਲੂਸ਼ਨ ਇਹ ਹੈ ਕਿ ਮਕਾਨ ਇੰਨੇ ਹੋਣੇ ਚਾਹੀਦੇ ਨੇ ਕਿ ਕਿਸੇ ਨੂੰ ਅਗਰ ਮਕਾਨ ਖਰੀਦਣਾ ਹੋਵੇ ਸਵੇਰੇ ਖੜਾ ਹੋ ਕੇ ਤਾਂ ਬੋਲੀ ਨਾ ਲਾਣੀ ਪਵੇ, ਉਹਨੂੰ ਬਿਡਿੰਗ ਨਾ ਕਰਨੀ ਪਵੇ ਖੜੇ ਹੋ ਕੇ, ਜਿਵੇਂ ਪਹਿਲਾਂ ਹੁੰਦਾ ਸੀਗਾ। ਯਾਦ ਹੈ, ਬਿਲਡਰ ਬੈਠੇ ਹੁੰਦੇ ਸੀ ਵਿਚਾਰੇ ਇੱਕ ਦੁਕਾਨ ਲਗਾ ਕੇ, 6 ਮਹੀਨੇ 8 ਮਹੀਨੇ ਕੋਈ ਆਉਂਦਾ ਸੀ, ਇੱਕ ਰੋਜ਼ ਦਾ ਖਰੀਦ ਕੇ ਚਲਾ ਜਾਂਦਾ ਸੀਗਾ। ਸੋ ਉਸ ਤਰ੍ਹਾਂ ਦੀ ਚੀਜ਼ ਹੋਵੇਗੀ ਤਾਂ ਮਕਾਨ ਦੇ ਰੇਟ ਵੱਧ ਹੀ ਨਹੀਂ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਮਿਲ ਜੁਲ ਕੇ ਚੱਲਦੀਆਂ ਨੇ ਪੀਕੇ ਜੀ। ਲੈਟਸ ਸੀ ਹੁੰਦਾ ਕੀ ਹੈ, ਬਟ ਮੇਰੇ ਹਿਸਾਬ ਨਾਲ ਵੀ ਬਿੱਲ ਠੀਕ ਹੈ, এনवायरमेंट ਦੇ ਹਿਸਾਬ ਨਾਲ ਠੀਕ ਨਹੀਂ ਹੈਗਾ। ਇਹ ਸਾਨੂੰ ਉਹ ਚੀਜ਼ਾਂ ਵੀ ਚਾਹੀਦੀਆਂ ਨੇ, ਬਟ ਇੰਨੇ ਲੋਕ ਵੀ ਤਾਂ ਹੈਗੇ ਨੇ, ਉਹ ਜਾਣਗੇ ਕਿੱਥੇ। ਜਾਂ ਤਾਂ ਕੁਛ ਹੈ ਜੇ ਇੰਤਜ਼ਾਮ ਕੀਤੇ ਜਾਣ ਕਿ ਉਹ ਮੈਨੀਟੋਬਾ ਜਾ ਕੇ ਰਹਿਣ, ਸਸਕੈਚੁਅਨ ਜਾ ਕੇ ਰਹਿਣ, ਉੱਪਰ ਨੂਨਾਵਤ ਜਾ ਕੇ ਰਹਿਣ, ਉੱਥੇ ਇਹਦੀਆਂ ਚੀਜ਼ਾਂ ਫੈਸਿਲਿਟੀਆਂ ਲਿਆਓ, ਜਾਂ ਫਿਰ ਇੱਥੇ ਜ਼ਮੀਨ ਪ੍ਰੋਵਾਈਡ ਕਰੋ ਤਾਂ ਕਿ ਇੱਥੇ ਘਰ ਬਣਾਏ ਸਕਣ। ਉੱਥੇ ਜੌਬਸ ਕ੍ਰੀਏਟ ਨਹੀਂ ਹੋ ਸਕਦੀਆਂ ਤਾਂ ਇੱਥੇ ਤਾਂ ਜੇ ਹੈਗੀਆਂ ਨੇ ਜੌਬਸ ਇੱਥੇ ਨੇ ਤਾਂ ਲੋਕ ਵੀ ਇੱਥੇ ਰਹਿਣ, ਤਾਂ ਉਹਨਾਂ ਨੂੰ ਜਗ੍ਹਾ ਤਾਂ ਦੇਣੀ ਪਵੇਗੀ। ਨਾ, ਆਈ ਐਮ ਇਨ ਫੇਵਰ ਆਫ ਦਿਸ ਬਿੱਲ। ਥੋੜੀਆਂ ਚੀਜ਼ਾਂ, ਛੋਟੀਆਂ ਮੋਟੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਪਸੰਦ ਨਹੀਂ ਹੈਗੀਆਂ, ਲੇਕਿਨ ਕਈ ਵਾਰੀ ਕੀ ਹੁੰਦਾ ਕਿ ਆਟੇ 'ਚ ਗੁੜ ਨੂੰ ਪਿਸਣਾ ਪੈਂਦਾ। ਆਟਾ ਤਾਂ ਚਾਹੀਦਾ ਸਾਨੂੰ, ਸੋ ਆਟਾ ਮਿਲਦਾ ਪਿਆ ਤਾਂ ਹੋਰ ਕੀ ਚਾਹੀਦਾ ਹੈ। ਮੇਰੇ ਹਿਸਾਬ ਨਾਲ ਵੀ ਇਹ ਬਿੱਲ ਕਾਫੀ ਠੀਕ ਲੱਗਦਾ ਪਿਆ ਪੀਕੇ ਜੀ ਮੈਨੂੰ। ਪੀਕੇ ਜੀ ਵੈਸੇ ਸਾਡਾ ਬ੍ਰੇਕ ਦਾ ਟਾਈਮ ਹੁੰਦਾ ਜਾ ਰਿਹਾ, ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ,
ਔਰ ਮੈਨੂੰ ਕਈ ਚੀਜ਼ਾਂ ਨੇ, ਮੇਰੇ ਕੋਲ ਕਈ ਮੁੱਦੇ ਨੇ, ਆਈ ਡੋਂਟ ਨੋ ਆਪਾਂ ਅੱਜ ਟਾਈਮ ਤੇ ਖਤਮ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਕਿਉਂਕਿ ਕਾਫੀ ਮਸਾਲਾ ਹੈ ਪੁੱਛਣ ਵਾਸਤੇ ਮੇਰੇ ਕੋਲ ਤੁਹਾਡੇ ਕੋਲੋਂ। ਫਿਰ ਛੋਟਾ ਜਿਹਾ ਬ੍ਰੇਕ ਲੈ ਲੈਨੇ ਆ ਜੀ, ਬ੍ਰੇਕ ਤੋਂ ਬਾਅਦ ਵਾਪਸ ਆਨੇ ਆ, ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹਿਓ ਜੀ। Hi, this is Priyanka Chopra and you're watching Channel Y. The biggest South Asian media group, Y Media.